ਸੋ ਲਾਸਟ ਜੀ ਆਪਾਂ ਇੱਥੇ ਫਿਨਿਸ਼ ਕੀਤਾ ਸੀ, ਹੈ ਨਾ, ਰੋਜ਼ਰਮੰਡ ਰਿਡਕਸ਼ਨ ਤੇ ਸਬਸਟੀਟਿਊਟ ਆਫ ਰੋਜ਼ਰਮੰਡ ਰਿਡਕਸ਼ਨ। ਸੈਕਿੰਡ ਇਹ ਹੈਗੇ ਨੇ ਮੈਥਡ ਸਿਰਫ ਇਕੱਲੇ ਐਲਡੀਹਾਈਡ ਲਈ, ਤਾਂ ਆਪਾਂ ਸੈਕਿੰਡ ਤੋਂ ਸਟਾਰਟ ਕਰਨਾ ਸੀ। ਸੈਕਿੰਡ ਮੈਥਡ ਦਾ ਨੇਮ ਹੈ ਬਾਈ ਦੀ ਪਾਰਸ਼ੀਅਲ ਰਿਡਕਸ਼ਨ ਆਫ ਸਾਇਨਾਈਡਸ। ਠੀਕ ਹੈ, ਜਿਹੜੀ ਸਾਇਨਾਈਡਸ ਹੈ ਇਹਦੀ ਜਿਹੜੀ ਪਾਰਸ਼ੀਅਲ ਰਿਡਕਸ਼ਨ ਹੈ ਉਹਦੇ ਨਾਲ ਵੀ, ਠੀਕ ਹੈ। ਵੈਸੇ ਤਾਂ ਆਪਾਂ ਇਹ ਵੀ ਪੜ੍ਹਿਆ ਹੋਇਆ ਵੀ ਜਿਹੜੇ ਆਪਾਂ ਸਾਇਨਾਈਡ ਦੀ ਰਿਡਕਸ਼ਨ ਕਰਦੇ ਹਾਂ, ਸਾਇਨਾਈਡ ਦੀ ਜਿਹੜੀ ਕੰਪਲੀਟ ਰਿਡਕਸ਼ਨ ਹੁੰਦੀ ਆ ਉਹ ਹਮੇਸ਼ਾ NH2 ਪ੍ਰੋਵਾਈਡ ਕਰਦੀ ਹੈ। ਇਸ ਕੰਪਲੀਟ ਪਰ ਆਪਾਂ ਕਰਨੀ ਨਹੀਂ ਹੈਗੀ, ਕੰਪਲੀਟ ਤੇ ਤਾਂ NH2 ਬਣਦਾ। ਆਪਾਂ ਟਰਮ 1 'ਚ ਦੱਸਿਆ ਸੀ ਵੀ ਜਿਹੜੇ ਨਾਈਟ੍ਰੋਜਨਸ ਕੰਪਾਊਂਡ ਨੇ ਜਿੰਨੇ ਵੀ ਨੇ, ਅਗਰ ਆਪਾਂ ਉਹਨਾਂ ਦੀ ਰਿਡਕਸ਼ਨ ਕਰਦੇ ਹਾਂ ਤਾਂ ਉਹ ਫਾਰਵਰਡ 'ਚ ਅਮੀਨ ਹੀ ਬਣਾਉਂਦੇ ਨੇ। ਇਹ ਬੜਾ ਯੂਨੀਕ ਜਿਹਾ ਟੌਪਿਕ ਹੈ ਬਾਈ ਦੀ ਪਾਰਸ਼ੀਅਲ ਰਿਡਕਸ਼ਨ ਆਫ ਸਾਇਨਾਈਡਸ। ਠੀਕ ਹੈ, ਇਹ ਜਿਹੜਾ ਕ੍ਰੈਡਿਟ ਜਾਂਦਾ ਹੈ ਉਹ ਜਾਂਦਾ ਹੈ ਸਾਇੰਟਿਸਟ ਸਟੀਫਨ ਨੂੰ, ਤਾਂ ਉਹਦੇ ਨਾਮ ਤੇ ਵੀ ਇਹਦਾ ਨੇਮ ਹੈ ਸਟੀਫਨ ਰਿਡਕਸ਼ਨ। ਠੀਕ ਹੈ, ਹੁਣ ਇਹ ਸਟੀਫਨ ਨੇ ਜਿਹੜਾ ਮੈਥਡ ਅਡਾਪਟ ਕੀਤਾ ਜੀ, ਬਹੁਤ ਯੂਨੀਕ ਮੈਥਡ ਅਡਾਪਟ ਕੀਤਾ ਇਸਨੇ। ਉਹ ਮੈਥਡ ਐਕਚੁਅਲੀ ਕੀ ਸੀ, ਰਿਡਕਸ਼ਨ ਹੈ ਨਾ ਜੀ, ਰਿਡਕਸ਼ਨ ਨੂੰ ਚਾਹੀਦੀ ਹੈ ਨੇਸੈਂਟ ਹਾਈਡਰੋਜਨ। ਹੁਣ ਦੇਖੋ ਨੇ ਮੈਥਡ ਇਹਦਾ ਕੀ ਹੈਗਾ, ਇਹਨੇ ਜਿਹੜੀ ਉਹ ਨੇਸੈਂਟ ਹਾਈਡਰੋਜਨ ਹੈ ਉਹ ਪ੍ਰੋਡਿਊਸ ਕੀਤੀ, ਆਪਾਂ ਦੱਸਾਂਗੇ ਬਾਅਦ ਵਿੱਚ, ਪਹਿਲਾਂ ਆਪਾਂ ਕਰਕੇ ਦਿੰਦੇ SnCl2 ਤੋਂ, ਸਟੈਨਸ ਕਲੋਰਾਈਡ ਬੋਲਦੇ ਨੇ ਇਸ ਨੂੰ, ਬਾਈ ਦੀ ਐਕਸ਼ਨ ਆਫ HCl। HCl ਦੇ ਐਕਸ਼ਨ ਦੇ ਨਾਲ ਕਿਹਦੇ ਉੱਪਰ, ਸਟੈਨਸ ਕਲੋਰਾਈਡ ਦੇ ਉੱਪਰ ਇਹਨੇ ਨੇਸੈਂਟ ਹਾਈਡਰੋਜਨ ਮਤਲਬ ਪ੍ਰੋਡਿਊਸ ਕੀਤੀ। ਠੀਕ ਹੈ, 2 moles SnCl4, ਕਿਉਂਕਿ ਟਿਨ ਨਾ ਰਾਜੇ ਐਕਚੁਅਲੀ ਜਿਹੜਾ ਟਿਨ ਹੈ ਨਾ, ਟਿਨ 2 ਆਕਸੀਡੇਸ਼ਨ ਸਟੇਟ 'ਚ ਐਗਜ਼ਿਸਟ ਕਰਦਾ, +2 ਐਂਡ +4। Sn2 ਪੋਜ਼ਿਟਿਵ ਹੁੰਦਾ ਤੇ Sn4 ਪੋਜ਼ਿਟਿਵ, ਇਸ ਕਰਕੇ ਮੈਂ 2 ਮੋਲ ਲਏ ਨੇ। ਔਰ ਟਿਨ ਜਿਹੜਾ ਹੈਗਾ ਜੋ ਇੱਕ ਈਜ਼ੀਲੀ ਅਵੇਲੇਬਲ ਐਲੀਮੈਂਟ ਵੀ ਹੈ, ਔਰ ਕਿਉਂਕਿ +2 ਤੇ +4 ਦੋਨਾਂ 'ਚ ਐਗਜ਼ਿਸਟ ਕਰਦਾ ਹੈ, ਤਾਂ ਸਟੀਫਨ ਨੇ ਕਿਹਾ ਕਿ ਸਟੈਨਸ ਕਲੋਰਾਈਡ ਲੈਂਦੇ ਆ, ਇਹਨੂੰ ਸਟੈਨਸ ਕਲੋਰਾਈਡ ਬੋਲਦੇ ਨੇ, ਉੱਤੇ HCl ਦਾ ਐਕਸ਼ਨ ਕਰਵਾ ਕੇ ਉੱਥੋਂ ਨੇਸੈਂਟ ਹਾਈਡਰੋਜਨ ਪ੍ਰੋਡਿਊਸ ਕਰਦੇ ਆ। ਇਹ ਜਿਹੜੀ ਨੇਸੈਂਟ ਹਾਈਡਰੋਜਨ ਪ੍ਰੋਡਿਊਸ ਕੀਤੀ ਹੈ, ਇਸ ਦਾ ਐਕਸ਼ਨ ਉਹਨੇ ਕਰਵਾਇਆ ਸਾਇਨਾਈਡ ਤੇ। ਸਪੋਜ਼ ਮੈਨੇ ਕਿਹੜਾ ਸਾਇਨਾਈਡ ਲੈ ਲਿਆ, ਇਹ ਵਾਲਾ, ਇਹਦਾ IUPAC ਨੇਮ ਹੁੰਦਾ ਇਥੇਨ ਨਾਈਟ੍ਰਾਈਲ, ਜਦਕਿ ਇਹਦਾ ਕਾਮਨ ਨੇਮ 2 ਨੇ ਇਹਦੇ, ਮਿਥਾਈਲ ਸਾਇਨਾਈਡ ਜਾਂ ਐਸੀਟੋ ਨਾਈਟ੍ਰਾਈਲ। 2 ਕਾਰਬਨ ਲਈ ਕਾਮਨ 'ਚ ਆਪਾਂ ਐਸੀਟੋ ਵਰਡ ਯੂਜ਼ ਕਰਦੇ ਹਾਂ, ਐਸੀਟੋ ਨਾਈਟ੍ਰਾਈਲ। ਠੀਕ ਹੈ, ਸੋ ਆ ਜਿਹੜਾ ਨੇਸੈਂਟ ਹਾਈਡਰੋਜਨ ਹੈ ਉਹ ਇਸ ਤੇ ਐਕਟ ਕਰੂਗਾ। ਠੀਕ ਹੈ, ਲੇਕਿਨ ਇਹ ਆਪਾਂ ਟਰਮ 1 'ਚ ਪੜ੍ਹਿਆ ਹੋਇਆ ਵੀ ਜੇ ਆਪਾਂ ਸਾਇਨਾਈਡ ਦੀ ਰਿਡਕਸ਼ਨ ਕਰਦੇ ਹਾਂ ਤਾਂ ਉਹ ਅਮੀਨ ਬਣਾਉਂਦਾ ਹੈ। ਜੇ ਹੁਣ ਇਕੱਲਾ ਇਹੀ ਰਿਹਾ ਫੇਰ ਨਹੀਂ ਰਜੇ, ਇੱਥੇ ਹੁਣ ਇਹਦਾ ਵੀ ਰੋਲ ਆਊਗਾ। ਇੱਕ ਤਾਂ ਇਹਦਾ ਰੋਲ ਇਹ ਹੈ ਕਿ ਸਟੈਨਸ ਕਲੋਰਾਈਡ ਨੂੰ ਸਟੈਨਿਕ ਕਲੋਰਾਈਡ 'ਚ ਚੇਂਜ ਕਰਦਾ, ਸਟੈਨਸ ਕਲੋਰਾਈਡ ਨੂੰ ਸਟੈਨਿਕ ਕਲੋਰਾਈਡ। ਛੋਟੀ ਆਕਸੀਡੇਸ਼ਨ ਸਟੇਟ ਨਾਲ ਹੱਸ ਲੱਗਦਾ ਹੁੰਦਾ, ਵੱਡੀ ਨਾਲ ਇੱਕ, ਇਹ ਆਪਾਂ ਦੱਸਿਆ ਹੋਇਆ। ਇੱਥੇ ਹੁਣ ਇਹ ਆਪਣਾ ਰੋਲ ਪਲੇ ਕਰਦਾ ਰਜੇ। ਕਿਸ ਤਰ੍ਹਾਂ ਆਪਣਾ ਰੋਲ ਪਲੇ ਕਰਦਾ ਹੈਗਾ, ਜਿਹੜਾ HCl ਹੈ ਉਹ ਵੀ ਨਾਲ, ਦੇਖੋ ਇਹ ਇਸ ਤਰ੍ਹਾਂ ਹੈਗਾ, ਤੁਹਾਨੂੰ ਮੈਂ ਦੱਸਦਾ, CH3C। ਠੀਕ ਹੈ, ਇਹ ਇਸ ਤਰ੍ਹਾਂ ਹੋ ਜਾਊਗਾ, 2 H ਐ ਵੰਡੇ ਜਾਣਗੇ। ਪਹਿਲਾਂ ਜਦੋਂ, ਵੈਸੇ ਤੁਹਾਨੂੰ ਮੈਂ ਦੱਸਦਾ, ਜਦੋਂ ਸਾਇਨਾਈਡ ਦੀ ਪ੍ਰੋਡਕਸ਼ਨ ਕਰਦੇ ਹੁੰਦੇ ਆ ਨਾ, ਉਹ ਪਹਿਲਾਂ ਇਹਦੇ ਵਿੱਚ ਹੀ ਚੇਂਜ ਹੁੰਦਾ, ਪਰ ਉਹ ਇਹ ਉੱਥੇ ਇਹ ਚੀਜ਼ ਐਜ਼ ਅ ਇੰਟਰਮੀਡੀਏਟ ਦੀ ਤਰ੍ਹਾਂ ਹੁੰਦੀ ਆ, ਅੱਗੇ ਫਿਰ ਫਾਈਨਲੀ NH2 'ਚ ਚੇਂਜ ਹੋ ਜਾਂਦਾ ਹੈ। ਲੇਕਿਨ ਇੱਥੇ ਆਪਾਂ NH2 ਚੇਂਜ ਰਾਜੇ ਨਹੀਂ ਕਰਨਾ, ਇੱਥੇ ਆਪਣਾ ਏਮ ਹੈਗਾ ਸਿਰਫ ਐਲਡੀਹਾਈਡ ਬਣਾਉਣ ਦਾ। ਤੇ ਇੱਥੇ ਆਪਣਾ HCl ਕਿਵੇਂ ਰੋਲ ਪਲੇ ਕਰਦਾ, HCl ਜਿਹੜਾ ਹੁੰਦਾ ਇਹਨੂੰ ਇਕੱਲੇ ਨੂੰ, ਵੈਸੇ ਜਿਹੜਾ ਡਬਲ ਬੌਂਡ CH ਡਬਲ NH ਹੈ ਇਹਨੂੰ ਬੋਲਦੇ ਨੇ ਆਈਮੀਨ, ਉਹ ਅਮੀਨ ਹੁੰਦਾ NH2। ਠੀਕ ਹੈ, NH2 ਅਮੀਨ ਹੁੰਦਾ, AMINE, ਇਹ IMINE ਆ। ਠੀਕ ਹੈ, ਤਾਂ ਇਹ ਜਿਹੜਾ HCl ਇਹਦਾ ਦੂਸਰਾ ਫੰਕਸ਼ਨ ਇਹ ਹੈ ਕਿ ਇਹ ਇਹਦੇ ਨਾਲ ਜਾ ਕੇ ਸਾਲਟ ਬਣਾ ਲੈਂਦਾ ਹੈ। ਇਹ
ਆਈਮੀਨ ਨੂੰ ਅੱਗੇ ਅਮੀਨ 'ਚ ਨਹੀਂ ਚੇਂਜ ਹੋਣ ਦਿੰਦਾ, ਤਾਂ ਇਹ ਨਾ ਸਾਲਟ ਬਣਾ ਲੈਂਦਾ ਹੈ। ਇਹ ਸਾਲਟ ਪ੍ਰੀਵੈਂਟ ਕਰਦਾ, ਪ੍ਰੀਵੈਂਟਸ ਦੀ ਫਾਰਮੇਸ਼ਨ ਆਫ ਅਮੀਨ। ਠੀਕ ਹੈ, ਇਹਨੂੰ ਵੈਸੇ ਬੋਲਦੇ ਨੇ ਇਹਦਾ ਐਸੀਟਾਲਡਾਈਮੀਨ, ਕਿਉਂਕਿ ਇਹ ਇਸ ਤੋਂ ਅੱਗੇ ਇਹਦਾ ਨਾਮ ਐਸੀਟਾਲਡਾਈਮੀਨ ਕਿਉਂ ਰੱਖਿਆ? ਜੇ ਉਰੇ ਆਪਾਂ ਲਿੱਤਾ ਹੁੰਦਾ RCN, ਫਿਰ ਉਰੇ ਬਣ ਜਾਂਦਾ RCH ਡਬਲ ਬੌਂਡ NH, ਉਹਨੂੰ ਬੋਲਦੇ ਫਿਰ ਐਲਡੀਮਾਈਨ। ਉਹਨੇ ਐਸੀਟਾਲਡਾਈਮੀਨ ਜਾਂ ਐਲਡੀਮਾਈਨ ਕਿਉਂ ਲਿਖਿਆ ਆਪਾਂ ਦੱਸਦੇ ਹਾਂ। ਆਪਾਂ ਇਹ ਤੋਂ ਬਣਾਉਣਾ ਐਕਚੁਅਲੀ ਐਲਡੀਹਾਈਡ। ਹੁਣ ਤੁਹਾਨੂੰ ਵੀ ਪਤਾ ਵੀ ਇਹ 'ਚੋਂ ਕਿਹੜਾ ਐਲਡੀਹਾਈਡ ਬਣ ਸਕਦਾ, 2 ਕਾਰਬਨ ਐਲਡੀਹਾਈਡ ਹੀ ਬਣ ਸਕਦਾ, ਕਿਹੜਾ CH3CHO। ਠੀਕ ਹੈ, ਹੁਣ ਉਹ ਬਣੂਗਾ ਤਾਂ ਰਾਜੇ ਜੇ ਆਹ ਚੀਜ਼ ਬਾਹਰ ਹੋ ਜਾਵੇ ਕਿਸੇ ਕੰਪਾਊਂਡ ਦੀ ਫਾਰਮ 'ਚ, CH3CH ਡਬਲ ਬੌਂਡ O ਆ ਜਾਵੇ, CH3CHO ਤੇ NHHCl ਇਹ ਬਾਹਰ ਨਿਕਲ ਜਾਵੇ ਕਿਸੇ ਕੰਪਾਊਂਡ ਦੀ ਫਾਰਮ 'ਚ। ਹੁਣ ਮੈਨੂੰ ਪਤਾ ਕਿ ਸਾਨੂੰ ਹੋਰ ਕੋਈ ਕੰਪਾਊਂਡ ਹੀ ਨਹੀਂ ਹੈਗਾ ਰਾਜੇ, ਸਾਨੂੰ ਇਸ ਚੀਜ਼ ਦਾ ਪੱਕਾ ਪਤਾ ਹੈਗਾ ਕਿ NHHCl ਇਹ ਕਿਹੜੇ ਕੰਪਾਊਂਡ ਦੀ ਫਾਰਮ 'ਚ, ਇਹ ਕਿਸੇ ਕੰਪਾਊਂਡ ਦੀ ਫਾਰਮ 'ਚ ਬਾਹਰ ਚਲਾ ਜਾਵੇ, ਇਹਨੂੰ O ਮਿਲ ਜਾਵੇ। ਕੰਪਾਊਂਡ ਹੀ ਰਾਜੇ ਇੱਕ ਹੈ, ਹੋਰ ਕੋਈ ਕੰਪਾਊਂਡ ਹੀ ਨਹੀਂ ਹੈਗਾ। ਇਹ ਕੰਪਾਊਂਡ ਕਿਹੜੀ ਫਾਰਮ 'ਚ ਬਾਹਰ ਜਾ ਸਕਦਾ? ਇਹ ਬਾਹਰ ਹੀ ਇਕੱਲੇ ਜਾ ਸਕਦਾ NH4Cl 'ਚ। ਉਹਦੇ ਲਈ ਇਹਨੂੰ 2 H ਚਾਹੀਦੇ ਨੇ, ਇੱਥੇ ਸਾਨੂੰ O ਚਾਹੀਦਾ, ਡਬਲ ਬੌਂਡ O। ਤਾਂ ਸਿੱਧਾ ਗੱਲ ਪਤਾ ਲੱਗ ਰਿਹਾ ਹੈਗਾ ਕਿ ਇਹਦੀ ਕੀ ਕਰ ਦੋ? ਹਾਈਡਰੋਲਿਸਿਸ। ਦਿਸ ਹਾਈਡਰੋਲਿਸਿਸ ਰਿਮੂਵਸ this part as NH4Cl, ammonium chloride, and product formed is CH3CHO, acetaldehyde ਬਣ ਗਿਆ। ਇਸ ਕਰਕੇ ਇਹਨੂੰ ਕਿਹਾ ਸੀ ਐਸੀਟਾਲਡਾਈਮੀਨ, ਵੀ ਇਸ ਤੋਂ ਅੱਗੇ ਅਸੀਂ ਐਲਡੀਹਾਈਡ ਬਣਾਵਾਂਗੇ, ਕਿਹੜਾ? ਐਸੀਟਾਲਡੀਹਾਈਡ। ਜੇ RCHO ਨਾਲ ਮਤਲਬ RCN ਲਿਆ ਹੁੰਦਾ ਫਿਰ ਉਹ ਐਲਡੀਮਾਈਨ ਬੋਲਦੇ, ਐਲਡੀਮਾਈਨ ਦਾ ਮਤਲਬ ਕੋਈ ਐਲਡੀਹਾਈਡ ਬਣਾਵਾਂਗੇ। ਠੀਕ ਹੈ ਜੀ। ਹੁਣ ਕੁਝ ਬੱਚੇ ਕੀ ਕਰਦੇ ਨੇ, ਜੇ ਸਟੀਫਨ ਰਿਡਕਸ਼ਨ ਆਉਂਦੀ ਆ ਤਾਂ ਸਟੀਫਨ ਰਿਡਕਸ਼ਨ 'ਚ ਲਿਖ ਦਿੰਦੇ ਨੇ SnCl2 + 2HCl ਗਿਵ ਰਾਈਜ਼ ਟੂ ਦਿਸ ਵਨ, ਬਸ ਆ ਪਹਿਲਾ ਸਟੈਪ ਲਿਖ ਆਉਂਦੇ ਨੇ। ਇਹ ਗਲਤ ਹੈ ਰਾਜੇ। ਇਹ ਪਹਿਲਾ ਸਟੈਪ ਤਾਂ ਸਿਰਫ ਜਿਹੜੀ ਆਪਾਂ ਇਹਨੂੰ ਪਾਰਸ਼ੀਅਲ ਰਿਡਿਊਸ ਕਰਨ ਦੇ ਲਈ ਨੇਸੈਂਟ ਹਾਈਡਰੋਜਨ ਚਾਹੀਦੀ ਆ ਪਲੱਸ ਜਿਹੜਾ HCl ਚਾਹੀਦਾ ਉਹ ਤਾਂ ਲਗਾਇਆ। HCl ਨੇ ਆਪਣੇ 2 ਰੋਲ ਪਲੇ ਕਰਤੇ, ਨਾਲ ਤਾਂ ਪ੍ਰੋਡਿਊਸ ਕਰਤੀ, ਨਾਲੇ ਸਾਲਟ ਬਣਾ ਲਿਆ, ਪ੍ਰੀਵੈਂਟ ਕਰਤਾ NH2 ਬਣਨ ਤੋਂ। ਹਾਂ, ਇਹ ਤੁਹਾਡੇ ਕੋਲ ਇੱਕ ਆਪਸ਼ਨ ਜ਼ਰੂਰ ਹੈਗੀ ਆ, ਅਗਰ ਤੁਸੀਂ ਇਹ ਸਟੈਪ ਨਹੀਂ ਲਿਖਣਾ ਚਾਹੁੰਦੇ, ਪਹਿਲਾ ਸਟੈਪ, ਇੱਕ ਆਪਸ਼ਨ ਤੁਹਾਡੇ ਕੋਲ ਇਹ ਆ ਕਿ ਤੁਸੀਂ CH3CN + 2H + HCl ਆ ਐਰੋ ਦੇ ਉੱਪਰ ਹੈ ਨਾ, ਐਰੋ ਦੇ ਉੱਪਰ ਲਿਖ ਦਿਓ, ਐਰੋ ਦੇ ਉੱਪਰ SnCl2 ਇਨ ਦੀ ਪ੍ਰੈਜ਼ੈਂਸ ਆਫ HCl। ਉਹ ਇਨ ਦੀ ਪ੍ਰੈਜ਼ੈਂਸ ਆਫ ਆਪਾਂ ਲਿਖਦੇ ਹੁੰਦੇ ਆ ਅਪੋਨ ਪਾ ਕੇ, ਤਾਂ SnCl2 / 2HCl ਐਰੋ ਦੇ ਉੱਪਰ ਲਿਖ ਦਿਓ ਬਸ। ਆ ਫਿਰ ਲਿਖਣ ਦੀ ਲੋੜ ਨਹੀਂ। ਜਦੋਂ ਆਪਾਂ ਐਰੋ ਦੇ ਉੱਪਰ ਲਿਖਾਂਗੇ SnCl2 / 2HCl, ਠੀਕ ਹੈ, ਤਾਂ ਇਹ ਆਟੋਮੈਟਿਕਲੀ ਕਲੀਅਰ ਹੋ ਜਾਊਗਾ ਕਿ ਤੁਸੀਂ ਆਹ ਸਟੈਪ ਵਿੱਚ ਹੀ ਕਵਰ ਅਪ ਕਰਤਾ। ਠੀਕ ਹੈ, ਸੋ ਇਹ ਕੰਪਲੀਟ। ਜੇ ਐਵੇਂ ਲਿਖਣਾ ਤਾਂ ਦੋਨੋਂ ਸਟੈਪ ਲਿਖਣੇ ਪੈਣਗੇ। ਦੈਟਸ ਦੀ ਸਟੀਫਨ ਰਿਡਕਸ਼ਨ। ਤੁਸੀਂ ਇਹਦੇ ਨਾਲ ਆਪਣੇ ਆਪ ਰਾਜੇ ਵੀ ਕਰਕੇ ਦੇਖ ਸਕਦੇ ਹੋ, ਖੁਦ ਕਰਕੇ ਦੇਖ ਲਿਓ, ਤੁਹਾਨੂੰ ਆਪੇ ਪਤਾ। ਵੈਸੇ ਮੇਰੇ ਲਿਖੇ ਦੀ ਤੁਹਾਨੂੰ ਪਤਾ ਲੱਗ ਜਾਣਾ ਕਿਹੜਾ ਐਲਡੀਹਾਈਡ ਬਣੂਗਾ। ਤੁਸੀਂ ਇਹਦੇ ਨਾਲ ਬਣਾ ਕੇ ਦੇਖਿਓ। ਠੀਕ ਹੈ, ਇਸ ਕੰਪਾਊਂਡ ਦਾ ਨਾਮ ਹੈ ਬੈਂਜ਼ੋਨਾਈਟ੍ਰਾਈਲ। ਕੀ ਨਾਮ ਹੈ? ਬੈਂਜ਼ੋਨਾਈਟ੍ਰਾਈਲ। ਤਾਂ C6H5CHO ਬਣੂਗਾ, ਤੁਹਾਨੂੰ ਲੱਗ ਗਿਆ ਰਾਜੇ ਪਤਾ। ਠੀਕ ਹੈ, ਸੋ ਠੀਕ ਹੈ ਰਾਜੇ, ਤਾਂ ਇਹ ਤੁਸੀਂ ਕਰਕੇ ਦੇਖ ਲਿਓ। ਇਹਦਾ ਵੀ ਰਾਜੇ ਇੱਕ ਸਬਸਟੀਚਿਊਟ ਹੈ ਸਟੀਫਨ ਰਿਡਕਸ਼ਨ ਦਾ। ਠੀਕ ਹੈ, ਜਿਵੇਂ ਰੋਜ਼ਨਮੰਡ ਦਾ ਸੀ, ਇਹਦਾ ਵੀ ਇੱਕ ਸਬਸਟੀਚਿਊਟ ਹੈ, ਤਾਂ ਉਹ ਤੁਹਾਨੂੰ ਮੈਂ ਦੱਸਦਾ ਇੱਧਰ। ਆ ਦੇਖੋ, ठीक है, सब्स्टिट्यूट ऑफ स्टीफन रिडक्शन। ਇਹਦਾ ਸਬਸਟੀਟਿਊਟ ਰਾਜੇ ਇਹੀ ਆ ਕਿ ਅਗਰ ਅਸੀਂ ਕੋਈ ਟਿਨ ਵਗੈਰਾ ਨਹੀਂ ਚਾਹੁੰਦੇ ਹੈ ਕਿ ਸਟੈਨਲੈਸ ਕਲੋਰਾਈਡ ਮਤਲਬ ਉਹਦਾ ਟਿਨ ਦਾ ਕੋਈ ਕੰਪਾਊਂਡ ਨਹੀਂ ਚਾਹੁੰਦੇ, ਤਾਂ ਅੱਜ ਕੱਲ੍ਹ ਜਿਵੇਂ ਆਪਾਂ ਉੱਧਰ ਲਿਖਿਆ ਸੀ ਨਾ ਵੀ ਨਿਊ ਰੀਐਜੈਂਟ, ਨਿਊ ਰਿਡਿਊਸਿੰਗ ਏਜੰਟ, ਇੱਧਰ ਵੀ ਉਵੇਂ ਰਾਜੇ ਨਿਊ ਰਿਡਿਊਸਿੰਗ ਏਜੰਟ ਯੂਜ਼ ਕਰਦੇ ਨੇ। ਉਹ ਹੁੰਦਾ ਹੈਗਾ
ਵੈਸੇ ਉਹਦੀ ਐਬਰੀਵੇਟਡ ਫਾਰਮ ਤਾਂ ਇਹ ਹੁੰਦੀ ਆ ਡਾਈਬਲ ਐਚ, ਠੀਕ ਹੈ, ਡਾਈਬਲ ਐਚ ਐਬਰੀਵੇਸ਼ਨ ਹੈ ਤਾਂ, ਠੀਕ ਹੈ। ਸੋ ਉਹ ਇਹਦਾ ਨਾਮ ਜਿਹੜਾ ਹੈ ਉਹ ਹੁੰਦਾ ਹੈਗਾ ਡਾਈ ਆਈਸੋ ब्यूटाइल एल्यूमिनियम हाइड्राइड, डाई आइसो ब्यूटाइल एल्यूमिनियम हाइड्राइड, ठीक है। ये भी है जी बड़ा सिलैक्टिव रिड्यूसिंग एजेंट है। वैसे तो रिड्यूसिंग एजेंट इत्थे तो आप मोस्टली चलो ये साइनाइड्स से अप्लाई करना है, तो साइनाइड के नाल आप किसी होर ते भी करांगे, लेकिन ये रिड्यूसिंग एजेंट कार्बोक्सिलिक एसिड लिए भी यूज़ हो जाता है, पर वो अजे नहीं आप करते उरे, उसकी लोड़ नहीं है। ਇਹਦਾ ਫਾਰਮੂਲਾ ਜੀ ਮੈਂ ਤੁਹਾਨੂੰ ਲਿਖ ਦੇਖੋ, ਆਈਸੋਬਿਊਟਾਈਲ ਗਰੁੱਪ ਕਿਹੜਾ ਹੁੰਦਾ? ਆਈਸੋਬਿਊਟਾਈਲ ਗਰੁੱਪ ਹੁੰਦਾ CH3 ਟਵਾਈਸ CH2 ਬੌਂਡ, ਉਹ 2 ਵਾਰ ਲੱਗਿਆ ਹੋਇਆ ਆਈਸੋਬਿਊਟਾਈਲ ਐਲੂਮੀਨੀਅਮ ਹਾਈਡਰਾਈਡ। ਤਾਂ ਇਹਦਾ ਫਾਰਮੂਲਾ ਬਣਾਉਣਾ ਬਹੁਤ ਹੀ ਸਿੰਪਲ ਹੈ। ਆ ਹੋ ਗਿਆ ਆਈਸੋਬਿਊਟਾइल ग्रुप, ये 2 बार है, एक बार मैं इधर फेर लाता ही सेम टू सेम, ठीक है। एल्यूमीनियम हाइड्राइड एक एच ला दो, ये फॉर्मूला बन गया इहदा, ठीक है। मतलब एल्यूमीनियम हाइड्राइड तो ड्राइव होया ये फॉर्मूला। ये भी रजी उवें ही है ਲੀਥੀਅਮ ਟ੍ਰਾਈਟਰਸ਼ੀ ਦੀ ਤਰ੍ਹਾਂ, पर ये सानू कोई ब्यूटॉक्सी की लोड़ नहीं हैगी, क्योंकि सानू कोई इलैक्ट्रो विड्राइंग ग्रुप की लोड़ नहीं है। उत्थे HCl करके सी प्रीवियस लैक्चर मैं दसिया सी। तो ये भी रजी स्टैरिकली हिंडर्ड है, भी बल्कियर रिड्यूसिंग एजेंट है। ये एक सिमिलैरिटी ये आ लीथियम ट्राइटर्शी नाल कि ये भी रजी लो टैंपरेचर ते काम करता है, ठीक है, बिल्कुल उवें ही। क्योंकि इनू काम करन दे उत्थे तो सानू ये करना पैंदा हैगा ना कि असी पहला आईमीन बनाने, वो आईमीन नू HCl प्रोटैक्ट करता है। इत्थे वो आईमीन नू प्रोटैक्ट करन दा काम जिहड़े आ वड्डे ग्रुप लगे हुए ने बल्कियर यही कर लैणगे, बट रजी इन्हां नू वो करन दे लई टैंपरेचर बहुत लो चाहिदा, क्योंकि वड्डे टैंपरेचर ते खुद ही रजे ब्रेकडाउन हो जाणगे। तां डाइबल एच मैं तुहानूं ये किवें यूज़ हुंदा हैगा, जिवें आपां लै लैंदे बेटा, चलो हुण मैं R नाल लै लैंदा, RCN जानी कि RC ट्रिपल बॉन्ड N, तो ये उपर मैं लिख दिना है डाइबल एच, ठीक है, मैं लिख दिना डाइबल एच। तो ये जो डाइबल एच है इनू कन्वर्ट करूँगा R, सेम बिल्कुल सेम होवे RCH डबल बॉन्ड NH, ठीक है, आई मीन। पर इत्थे नू किसी HCl की लोड़ नहीं, ये जिहड़े बल्कियर ग्रुप हुंदे ने यही नू प्रोटैक्ट करके रखते हैं। बस अगे उवें ही है, फिर आ स्टैप सेम ही है जिवें उधर कीती सी आपां ने H2O, ठीक है। आ बन जूगा RCHO, एमोनीया गैस बाहर हो जाएगी। ये अल्टरनेटिव मैथड हो गया, पर यह कोई स्टीफन रिडक्शन नहीं हैगी। जे स्टीफन रिडक्शन आऊगी तो आप पिछे वाले लिखांगे, ठीक है। सो ये है, ये नाल तुसीं CH3CN C6H5CN वो बना के देख लियो जी, ओके। जिहड़ा डाइबल एच है, एक इहदी होर भी यह है कि डाइबल एच ये डबल बॉन्ड नू अफैक्ट नहीं करता, कार्बन कार्बन डबल बॉन्ड नू अफैक्ट नहीं करता। उन्होंने आप बोल सकते हैं इथाइलिनिक बॉन्ड, कार्बन कार्बन डबल बॉन्ड की हो गया इथाइलिनिक बॉन्ड, ठीक है। इट डजंट अफेक्ट कार्बन कार्बन डबल बॉन्ड, यानी कि इथाइलिनिक बॉन्ड। इथाइलिनिक बॉन्ड का मतलब की हो गया कार्बन कार्बन डबल बॉन्ड में अफेक्ट नहीं करता। इस करके जे आप अनसैचुरेटेड नाइट्राइल भी लै लीए, मतलब अनसैचुरेटेड साइनाइड भी लै लीए, तो उन्होंने भी आप एवें कर सकते हैं। मैं एक एग्जाम्पल लैना जी,
ਸਪੋਜ਼ ठीक है, ये मैं नाइट्राइल ले लिया। सपोज मैं डबल बॉन्ड क्रिएट करता, CH3 CH CH CH2 यानी कि मैं नाइट्राइल ही लिया, CN नहीं लिया, पर अनसैचुरेटेड लिया। नाम की बन गया, पहले तो आ लग गया, चौथे ते डबल बॉन्ड 1 2 3 4 6 की चेन आ, तो नाम बन गया हेक्स 4 इन 1 नाइट्राइल, हेक्स 4 इन 1 नाइट्राइल। अगर मैं ये भी रहे डाइबल एच का, इनू मैं थोड़ा शॉर्ट करके दिखाना थोड़ा, डाइबल एच नू, डाइबल एच इत्थे मैं नाल आ पा देना, फिर मेरा काम ये सौखा हो जाऊगा कि मैनू आ सैकेंड स्टैप लाने की लोड़ नहीं, मैं सीधा ही दसता उरे, तो यदा प्रोडक्ट बन जूगा रजे CH3 CH डबल बॉन्ड CH, द डबल बॉन्ड इज नॉट अफेक्टेड, ठीक है। CH2 that CN is changed into CH, ਇਹਦਾ ਨਾਮ ਕੀ ਬਣ ਗਿਆ 1 2 3 4, ਚੌਥੀ ਤੇ ਡਬਲ ਬੌਂਡ, ਪਹਿਲੀ ਤੇ ਅਲ, 6 ਦੀ ਚੇਨ, ਯਾਨੀ ਕਿ ਹੈਕਸ 4। ਹੁਣ ਮੈਂ ਇਨ ਲਾਉਂਗਾ, ਇੱਥੇ ਮੈਂ ਈ ਤਾਂ ਨਹੀਂ ਕੱਟੀ ਕਿਉਂਕਿ ਉਰੇ N ਹੈ, ਉਰੇ ਮੈਂ ਈ ਕੱਟਤੀ, ਹੈਕਸ 4 ਇਨ 1, ਠੀਕ ਹੈ, ਅਲ ए इत्थे ई आ, दो वावल इकट्ठे हो गए, तो पहले वाले अखर का वावल आप ओमिट कर दें जी, ठीक है। एक ये होगी यदी प्रॉपर्टी। दूसरी जी प्रॉपर्टी यदी ये हैगी आ कि यह एस्टर्स से भी अपलाई हो जाता, कार्बोक्सिलिक एसिड से भी हो जाता, एस्टर से भी हो जाता, पर कार्बोक्सिलिक एसिड एल्डिहाइड लिए यूज़ नहीं किए जाते, एस्टर से हो जाता है, ठीक है। इट कैन, ये मल्टीपर्पज़ है, ਕੰਮ ਸਾਰੇ ਸੇ ਇੱਕ ਚੀਜ਼ ਜੋ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਵੀ ਆਹ ਪਾਣਾ ਨਹੀਂ ਭੁੱਲਣਾ ਰਾਜੇ ਕਦੇ ਵੀ, 195 ਕੈਲਵਿਨ, ਇਹ ਪਿੱਛੇ ਵੀ ਯੂਜ਼ ਕੀਤਾ ਸੀ ਆਪਾਂ, ਲੋ ਟੈਂਪਰੇਚਰ ਤੇ ਵਰਕ ਕਰਨਾ ਇਹਨੇ, ਇੱਥੇ ਵੀ ਇਹੀ ਆ 195 ਕੈਲਵਿਨ, ਠੀਕ ਹੈ। ਸੋ ਇਟ ਕੈਨ ਆਲਸੋ ਰਿਡਿਊਸ एस्टर्स, इट कैन ऑल्सो रिड्यूस एस्टर्स। तो कोई भी एस्टर जो मर्जी एस्टर मान लो, सपोज मैं आ वाला एस्टर मान रहा, कोई भी एस्टर जो मर्जी एस्टर ले लो, ठीक है। सपोज आ एस्टर ले लिया मैं, ठीक है, CH3 CH2 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 CH2, ठीक है। सो सेम रजे ये आई कर लें, एक स्टैप च डाइबल एच 195 कैलविन नाल ही आप वो भी कर दें, एक स्टैप च काम खत्म हो जाऊगा सारा, ठीक है। आ जोड़ा पार्ट है, आ पार्ट की हैगा, ये पार्ट एम ही है ना एक्चुअली, आ जोड़ा पार्ट हैगा ये आई है ना सारा, देखो मैं साइड से थोड़ा दस देना, आ वाला पार्ट दस रहे सिर्फ CO2H5, फिर इस कार्बन के नाल अगे आ कार्बन लगी हुई है, सारिया चेन लगी हुई है, फिर ठीक है। मैं तो जस्ट यदा दसिया COOC2H5 का मतलब C डबल बॉन्ड O C2H5 एस्टर, कि एस्टर का नाम की है, 1 2 3 4 5 6 7 मूरे इथाइल लग्या होया, पढ़े सिखाया हुआ मेरा नाम थानू इथाइल हैप्टानोएट, एस्टर का नाम की है इथाइल हैप्टानोएट। तो केड़ा बन गया, ਇਹਦਾ तो बन जूगा CH3 CH2 कितनी बार है 1 2 3 4 5, CH3 CH2 5 C डबल बॉन्ड O, आ जोड़ा पार्ट है ना ये अल्कोहल बन के बाहर चले जाता होंगे, C2H5OH विद दिस रिड्यूसिंग एजेंट, ठीक है। ਇਹਦਾ फाइनली एल्डिहाइड बन जाता, तो ये बन जूगा CH3 CH2 कितनी बार ने 1 2 3 4 5 बार, इतने आप बड़ा ही लिख दें सीधा, ठीक है। नाल बन गया हैप्टेनल बन गया, C2H5OH एज अ साइड प्रोडक्ट बाहर हो जाऊगा, हैप्टेनल, ये भी एल्डिहाइड है,
ठीक है। सो ये सारा ਆਪਾਂ ਕਿਹਦੇ ਬਾਰੇ ਕੀਤਾ ਹੈਗਾ ਰਾਜੇ, ਬਾਈ ਦੀ ਪਾਰਸ਼ੀਅਲ ਰਿਡਕਸ਼ਨ ਆਫ ਸਾਇਨਾਈਡ, ਪਹਿਲਾਂ ਸਟੀਫਨ ਰਿਡਕਸ਼ਨ ਕੀਤੀ, ਫਿਰ ਉਹਦਾ ਸਬਸਟੀਟਿਊਟ। ਠੀਕ ਹੈ। ਸੋ ਇਹ ਹੋ ਗਿਆ, ਇਹ ਦੋ ਮੈਥਡ ਆਪਾਂ ਕਰ ਲਏ। ਅੱਗੇ ਹੋਰ ਵੀ ਰਾਜੇ ਮੈਥਡ ਹੈਗੇ ਨੇ। ਠੀਕ ਹੈ, ਜਿਵੇਂ ਇਹਦਾ ਕੁਐਸਚਨ ਐ ਵੀ ਆ ਸਕਦਾ ਕਿ, ਪਰ ਉਹ ਇੰਨਾ ਲੰਬਾ ਕੁਐਸਚਨ ਨਹੀਂ, ਪਾਰਟਸ 'ਚੋਂ ਹੀ ਆਉਂਦਾ ਹੁੰਦਾ। ਜਿਵੇਂ ਆਪਾਂ ਨੂੰ ਕਹੇ ਹਾਊ ਵਿਲ ਯੂ ਪ੍ਰੀਪੇਅਰ ਐਲਡੀਹਾਈਡ, ਫਸਟ ਪਾਰਟ ਆਪਾਂ ਨੂੰ ਫਸਟ ਪਾਰਟ ਕਿਹਾ ਜਾਊਗਾ ਬਾਈ ਦੀ ਰਿਡਕਸ਼ਨ ਆਫ ਐਸਿਡ ਕਲੋਰਾਈਡ ਰੋਜ਼ਨਮੰਡ, ਸੈਕਿੰਡ ਪਾਰਟ ਬਾਈ ਦੀ ਪਾਰਸ਼ੀਅਲ ਰਿਡਕਸ਼ਨ ਆਫ ਸਾਇਨਾਈਡ, ਜਾਂ ਸਿੰਪਲੀ ਫਰੋਮ ਸਾਇਨਾਈਡ। ਫਰੋਮ ਸਾਇਨਾਈਡ ਦਾ ਮਤਲਬ ਪਾਰਸ਼ੀਅਲ ਰਿਡਕਸ਼ਨ ਹੀ ਹੈ। ਤੀਸਰਾ ਪਾਰਟ ਉਹ ਕੀ ਕਹਿਣਗੇ, ਫਰੋਮ, ਇਹ ਹੁਣ ਥਰਡ ਹੈ, ਫਰੋਮ ਐਰੋਮੈਟਿਕ ਹਾਈਡਰੋਕਾਰਬਨਸ। ਜਿਹੜਾ ਫਰੋਮ ਐਰੋਮੈਟਿਕ ਹਾਈਡਰੋਕਾਰਬਨਸ ਹੈ, ਇਹਨੂੰ ਇੱਕ ਹੋਰ ਵੀ ਕਿਹਾ ਜਾ ਸਕਦਾ ਹੈ, ਇਹਦਾ ਦੂਸਰਾ ਨਾਮ ਵੀ ਰੱਖਿਆ ਜਾ ਸਕਦਾ ਹੈ, ਔਰ ਬਾਈ ਦੀ ਆਕਸੀਡੇਸ਼ਨ ਆਫ ਅਲਕਾਈਲ ਬੈਂਜ਼ੀਨਸ। ਜਾਂ ਤਾਂ ਕਹਿੰਦਾ ਐਰੋਮੈਟਿਕ ਹਾਈਡਰੋਕਾਰਬਨ ਤੋਂ, ਜਾਂ ਫਿਰ ਬਾਈ ਦੀ ਆਕਸੀਡੇਸ਼ਨ ਆਫ ਅਲਕਾਈਲ ਬੈਂਜ਼ੀਨਸ ਚੋਂ। ਇਹ 'ਚ ਸਿਰਫ ਇਕੱਲੇ ਨਾਮ ਤੋਂ ਹੀ ਪਤਾ ਲੱਗ ਰਿਹਾ, ਅਲਕਾਈਲ ਬੈਂਜ਼ੀਨ ਐਰੋਮੈਟਿਕ ਹੋ ਗਈ ਹੈ ਨਾ ਬੈਂਜ਼ੀਨ, ਜਾਂ ਸਿੱਧੀ ਐਰੋਮੈਟਿਕ ਹਾਈਡਰੋਕਾਰਬਨ ਸਭ ਤੋਂ ਕਾਮਨ ਕਿਹੜਾ ਬੈਂਜ਼ੀਨ ਹੈ। ਇਹਦੇ ਵਿੱਚ ਸਿਰਫ ਔਰ ਸਿਰਫ ਕਿਹੜੇ ਐਲਡੀਹਾਈਡ ਬਣਨੇ, ਕਿਹੜੇ ਐਰੋਮੈਟਿਕ ਨੇ, ਔਰ ਸਭ ਤੋਂ ਕਾਮਨ ਐਰੋਮੈਟਿਕ ਐਲਡੀਹਾਈਡ ਹੈ ਬੈਂਜ਼ਲਡੀਹਾਈਡ। ਇਹ ਮੇਨਲੀ ਬੈਂਜ਼ਲਡੀਹਾਈਡ ਬਣਾ ਲਈ ਹੈ ਰਾਜੇ। ਠੀਕ ਹੈ, ਇਹਦਾ ਕੁਝ ਕੁ ਪਾਰਟ ਤਾਂ ਅਸੀਂ ਆਲਰੇਡੀ ਕਰ ਚੁੱਕੇ ਹਾਂ ਰਾਜੇ, ਤਾਂ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਐਕਸਟਰਾ ਪੁਆਇੰਟ ਤੁਹਾਨੂੰ ਮੈਂ ਦੱਸੂਗਾ ਜੋ ਸਾਨੂੰ ਅੱਗੇ ਜਾ ਕੇ ਕੰਮ ਆਊਗਾ, ਪਰ ਉਹਨੂੰ ਆਪਾਂ ਪੂਰੀ ਡਿਸਕਸ ਕਰ ਲਾਂਗੇ। ਠੀਕ ਹੈ। ਸੋ ਮੈਂ ਦੇਖੋ ਇਸ ਪੁਆਇੰਟ ਨੂੰ ਆਪਾਂ ਇਲੈਬੋਰੇਟ ਕਰਦੇ ਹਾਂ, ਸੀ ਪੁਆਇੰਟ ਨੂੰ, ਬਾਈ ਦੀ ਆਕਸੀਡੇਸ਼ਨ ਆਫ, ਠੀਕ ਹੈ, ਅਲਕਾਈਲ ਬੈਂਜ਼ੀਨਸ ਔਰ ਫਰੋਮ ਐਰੋਮੈਟਿਕ ਹਾਈਡਰੋਕਾਰਬਨ। ਅਲਕਾਈਲ ਬੈਂਜ਼ੀਨ ਦਾ ਮਤਲਬ ਕੀ ਹੈ ਰਾਜੇ, ਕਿ ਬੈਂਜ਼ੀਨ ਨਾਲ ਅਲਕਾਈਲ ਲੱਗਿਆ ਹੋਵੇ। ਸੋ ਬੈਂਜ਼ੀਨ ਦੇ ਨਾਲ ਸਭ ਤੋਂ ਸਿੰਪਲ ਅਲਕਾਈਲ ਕਿਹੜਾ, ਮਿਥਾਈਲ। ਔਰ ਇਹ ਕੰਪਾਊਂਡ, ਇਹ ਅਲਕਾਈਲ ਬੈਂਜ਼ੀਨ ਕਿਹੜੀ ਲੈ ਲਈ ਮੈंने, ਮਿਥਾਈਲ ਬੈਂਜ਼ੀਨ। ਠੀਕ ਹੈ, ਮਿਥਾਈਲ ਬੈਂਜ਼ੀਨ, ਜਿਹਨੂੰ ਹੋਰ ਕੀ ਕਿਹਾ ਜਾਂਦਾ ਹੈ, ਬੜਾ ਫੇਮਸ ਨੇਮ ਹੈ ਇਹਦਾ, ਇਹਦੇ ਨੂੰ ਵੀ ਜ਼ਿਆਦਾ ਫੇਮਸ ਹੈ ਮਿਥਾਈਲ ਬੈਂਜ਼ੀਨ ਔਰ ਟੋਲੂਇਨ। ਹੁਣ ਤੁਸੀਂ ਆਪ ਹੀ ਸੋਚੋ ਰਾਜੇ ਵੀ ਆਪਾਂ ਉਰੇ ਕਰੀਏ ਕੀ, ਵੀ ਤਾਂ ਕਿ ਇਹ CHO 'ਚ ਚੇਂਜ ਹੋ ਜਾਵੇ। ਵੈਸੇ ਤਾਂ ਆਪਾਂ ਨਾਮ ਹੀ ਦੱਸਤਾ ਹੈ ਨਾ ਪ੍ਰੋਸੈਸ ਦਾ, ਤਾਂ ਉਹ ਨਾਮ ਕੀ ਹੈ, ਆਹ ਦੇਖੋ ਆਪਾਂ ਇਹ ਲਿਖਦੇ ਨਹੀਂ, ਚਲੋ ਐਰੋ ਦੇ ਉੱਪਰ ਹੈ। ਇੱਥੋਂ ਆਪਾਂ ਨੇ ਇਹਨੂੰ ਕਨਵਰਟ ਕਰਨਾ CHO 'ਚ। ਠੀਕ ਹੈ, ਕਨਵਰਟ ਕੀ 'ਚ ਕਰਨਾ, CHO 'ਚ, ਯਾਨੀ ਕਿ H2 2H, ਯਾਨੀ ਕਿ H2 ਬਾਹਰ ਚਲੀ ਜਾਵੇ, ਉਹਦੀ ਜਗ੍ਹਾ 'ਤੇ ਅੰਦਰ ਆਕਸੀਜਨ O ਆ ਜਾਵੇ, ਐਡੀਸ਼ਨ ਆਕਸੀਜਨ ਦੀ ਹੋ ਜਾਵੇ, ਰਿਮੂਵਲ ਹਾਈਡਰੋਜਨ ਦਾ। ਦੈਟਸ ਵਾਈ ਅਸੀਂ ਪਹਿਲਾਂ ਹੀ ਦੱਸਦਾ, ਇਹਦਾ ਮਤਲਬ ਆਪਾਂ ਕੀ ਕਰਾਂਗੇ, ਆਕਸੀਡੇਸ਼ਨ। ਐਂਡ ਟੂ ਕੈਰੀ ਆਊਟ ਆਕਸੀਡੇਸ਼ਨ, ਆਕਸੀਡੇਸ਼ਨ ਕਰਨ ਦੇ ਲਈ ਸਾਨੂੰ ਚਾਹੀਦਾ ਆਕਸੀਡਾਈਜ਼ਿੰਗ ਏਜੰਟ। ਠੀਕ ਹੈ, ਸਾਨੂੰ ਚਾਹੀਦਾ ਆਕਸੀਡਾਈਜ਼ਿੰਗ ਏਜੰਟ। ਤਾਂ ਹੁਣ ਉਹ ਜਿਹੜਾ ਆਕਸੀਡਾਈਜ਼ਿੰਗ ਏਜੰਟ ਹੈ, ਬੜੇ ਆਪਾਂ ਕਾਮਨ ਯੂਜ਼ ਕੀਤੇ ਨੇ, ਐਸਡੀਫਾਈਡ ਪੋਟਾਸ਼ੀਅਮ ਡਾਈਕ੍ਰੋਮੇਟ, ਹੈ ਨਾ, ਐਸਡੀਫਾਈਡ ਪੋਟਾਸ਼ੀਅਮ ਪਰਮੈਂਗਨੇਟ, ਔਰ ਕੌਨਸਨਟ੍ਰੇਟਿਡ ਨਾਈਟ੍ਰਿਕ ਐਸਿਡ। ਸੋ ਮੈਂ ਕੋਈ ਇੱਕ ਇਹਨਾਂ ਵਿੱਚ ਪਾ ਲੈਣਾ ਹੈਗਾ, ਉਹ ਇਹਨੂੰ ਕਨਵਰਟ ਕਰ ਦੂਗਾ, ਉਹ ਆਕਸੀਡੇਸ਼ਨ ਕੈਰੀ ਆਊਟ ਕਰ ਦੂਗਾ। सपोज मैंने पाता एसिडिफाइड पोटाशियम डाइक्रोमेट या KMnO4, बेसिक ना रजे पाइयो एल्केलाइन, ਜਿਹੜਾ पोटाशियम डाइक्रोमेट है वो तो कल्ले एसिडिक मीडियम 'ਚ ਹੀ ਕੰਮ ਕਰਦਾ ਹੁੰਦਾ, ਤੇ ਜਿਹੜਾ KMnO4 ਉਹ ਐਲਕਲਾਈਨ 'ਚ ਵੀ ਕਰ ਲੈਂਦਾ। ਐਲਕਲਾਈਨ ਨਾ ਪਾਈਓ ਕਿਉਂਕਿ ਐਲਕਲਾਈਨ ਦੇ ਵਿੱਚ ਨਾ ਫਿਰ ਸਾਲਟ ਬਣ ਜਾਊਗਾ ਅੱਗੇ। ਠੀਕ ਹੈ, ਇੱਥੇ ਨਹੀਂ, ਉਹ ਸਾਲਟ ਅੱਗੇ ਬਣ ਜੂ, ਮੈਂ ਤੁਹਾਨੂੰ ਦੱਸਦਾ। ਐਸਿਡੀਫਾਈਡ ਹੀ ਪਾਵੇ, ਠੀਕ ਹੈ, ਤਾਂ ਉਹ ਫਿਰ ਸਟੈਪ ਵਧੂਗਾ ਨਹੀਂ ਤੁਹਾਡਾ। ਇਹ ਇਹਨੂੰ ਚੇਂਜ ਕਰ ਦਿਓ। ਇਹ ਕੀ ਪ੍ਰੋਵਾਈਡ ਕਰੂਗਾ ਆਪਾਂ ਨੂੰ, ਨੇਸੈਂਟ ਆਕਸੀਜਨ। ਬਟ ਇਹ ਸਟੈਪ ਆਪਾਂ ਬਹੁਤ ਵਾਰ ਪੜ੍ਹਿਆ ਰਾਜੇ। ਇਟਸ ਅ ਵੈਰੀ ਪਾਵਰਫੁਲ ਆਕਸੀਡਾਈਜ਼ਿੰਗ ਏਜੰਟ। ਐਸਿਡੀਫਾਈਡ KMnO4, ਐਸਿਡੀਫਾਈਡ ਪੋਟਾਸ਼ੀਅਮ ਡਾਈਕ੍ਰੋਮੇਟ, concentrated nitric acid, ठीक है। so these are very powerful
oxidizing agents, and it can oxidize a very easily oxidizable ਐਲਡੀਹਾਈਡ। ਉਧਰੋਂ ਤਾਂ ਐਲਡੀਹਾਈਡ ਜਲਦੀ ਆਕਸੀਡਾਈਜ਼ ਹੋ ਜਾਂਦੇ ਨੇ, ਇਧਰੋਂ ਆਕਸੀਡਾਈਜ਼ਿੰਗ ਏਜੰਟ ਬਹੁਤ ਸਟਰੋਂਗ ਨੇ, ਤੇ ਆਪਾਂ ਟਰਮ 1 ਚ ਬਹੁਤ ਵਾਰ ਪੜ੍ਹਿਆ ਰਾਜੇ, ਇਹਨੂੰ ਆਪਾਂ ਇੱਥੇ ਰਿਟੇਨ ਨਹੀਂ ਰੱਖ ਸਕਦੇ। ਇਹ ਨਾਲ ਦੀ ਨਾਲ ਫਰਦਰ CHO ਕਿਹਦੇ ਵਿੱਚ ਚੇਂਜ ਹੋ ਜਾਂਦਾ, COOH, ਯਾਨੀ ਕਿ ਬਣਾਉਣਾ ਤਾਂ ਚਾਹੁੰਦੇ ਸੀ ਬੈਂਜ਼ਲਡੀਹਾਈਡ, ਬਣ ਕੀ ਗਿਆ, ਬੈਂਜ਼ੋਇਕ ਐਸਿਡ। ਠੀਕ ਹੈ, ਸੋ ਇਹ ਤਾਂ ਫਿਰ ਕੰਮ ਖਰਾਬ ਹੋ ਗਿਆ ਨਾ ਰਾਜੇ। ਮੈਥਡ ਇਹ ਥੋੜਾ ਸੀ ਆਪਣਾ ਕਾਰਬੋਕਸਿਲਿਕ ਐਸਿਡ ਦਾ ਬਣਾਉਣ ਦਾ, ਤਾਂ ਹੈ ਨਹੀਂ ਸੀ, ਇਹਦਾ ਸੀ। ਇਟ ਮੀਨ ਸਾਨੂੰ ਇੱਕ ਚੀਜ਼ ਦਾ ਪਤਾ ਲੱਗ ਗਈ ਵੀ ਇਹ ਮੈਥਡ ਤਾਂ ਨਹੀਂ ਆਪਾਂ ਲਾਵਾਂਗੇ, ਨਾ ਆਪਾਂ ਇਹ ਵਾਲਾ ਆਕਸੀਡਾਈਜ਼ੈਂਟ ਲਵਾਂਗੇ, ਨਾ ਐਸਡੀਫਾਈਡ KMNO4, ਨਾ ਕੌਨਸੈਂਟਰੇਟ ਨਾਈਟ੍ਰਿਕ ਐਸਿਡ, ਕਿਉਂਕਿ ਇਹ ਥੋੜੇ ਕੰਮ ਖਰਾਬ ਕਰਦੇ ਨੇ ਰਾਜੇ। ਠੀਕ ਹੈ, ਤਾਂ ਇਸ ਕਰਕੇ ਸਾਡਾ ਜਿਹੜਾ ਏਮ ਹੈ ਰਾਜੇ, ਉਹ ਰਿਐਕਸ਼ਨ ਨੂੰ ਰੋਕਣਾ ਹੈਗਾ ਅਪ ਟੂ ਦੀ ਸਟੇਜ ਆਫ ਬੈਂਜ਼ਲਡੀਹਾਈਡ। ਜਾਂ ਫਿਰ ਮੈਂ ਤੁਹਾਨੂੰ ਇਹ ਕਹਿ ਰਿਹਾ, ਕਿਉਂਕਿ ਅਸੀਂ ਇਹਨੂੰ ਰੋਕ ਨਹੀਂ ਸਕਦੇ, ਇਹ ਬਹੁਤ ਪਾਵਰਫੁਲ ਹੈ। ਜਿਹੜੀ ਨੇਸੈਂਟ ਟੌਕਸਿਨ ਨਿਕਲਦੀ ਉਹ ਕੰਟਰੋਲ ਤੋਂ ਬਾਹਰ ਹੁੰਦੀ ਆ, ਅਨਕੰਟਰੋਲੇਬਲ ਹੁੰਦੀ ਆ, ਤਾਂ ਉਹੀ ਨੇਸੈਂਟ ਆਕਸੀਜਨ ਫਰਦਰ CHO ਨੂੰ ਕਿਹਦੇ ਵਿੱਚ ਚੇਂਜ ਕਰ ਦਿੰਦੀ ਆ, COOH ਦੇ ਵਿੱਚ। ਠੀਕ ਹੈ, ਸੋ ਰਾਜੇ ਆਪਾਂ ਹੁਣ ਕੀ ਕਰਨਾ, ਆਪਾਂ ਨੇ ਐਕਚੁਅਲੀ ਇਸ ਰਿਐਕਸ਼ਨ ਨੂੰ ਇਹ ਸਟੇਜ ਤੇ ਰੋਕਣਾ, ਬੈਂਜ਼ਲਡੀਹਾਈਡ ਦੀ ਸਟੇਜ ਤੇ। ਠੀਕ ਹੈ, ਯਾਨੀ ਕਿ ਆਪਾਂ ਐਕਚੁਅਲ 'ਚ ਪਤਾ ਕੀ ਕਰਨਾ ਹੈਗਾ, ਆਪਾਂ ਐਕਚੁਅਲ 'ਚ ਕਰਨਾ ਹੈ ਕਿ ਆਪਾਂ ਨੇ CHO ਨੂੰ ਬਚਾਉਣਾ ਹੈਗਾ, ਪ੍ਰੋਟੈਕਟ ਕਰਨਾ ਹੈ ਵੀ ਤਾਂ ਕਿ ਕਿਹਦੇ ਵਿੱਚ ਚੇਂਜ ਨਾ ਹੋਵੇ, COOH ਚੇਂਜ ਨਾ ਹੋਵੇ। ਠੀਕ ਹੈ, ਤਾਂ ਇੱਥੇ ਹੁਣ ਆਪਣੇ ਮੈਥਡ ਆਫ ਪ੍ਰੋਟੈਕਸ਼ਨ ਆਉਣਗੇ ਹੁਣ। ਠੀਕ ਹੈ, ਮੈਥਡਸ ਆਫ ਪ੍ਰੋਟੈਕਸ਼ਨ ਆਫ CHO। ਬਟ ਜੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ, ਹਾਲਾਂਕਿ ਉਹ ਪੁਆਇੰਟ ਇਸ ਲੈਵਲ ਤੇ ਦੱਸਿਆ ਨਹੀਂ ਜਾਂਦਾ, ਉਹ ਅੱਗੇ ਡਿਸਕਸ ਕਰਦੇ ਨੇ, ਬਟ ਮੈਨੂੰ ਇੱਥੇ ਡਿਸਕਸ ਕਰੂੰਗਾ ਕਿਉਂਕਿ ਆਪਾਂ ਪ੍ਰੈਜ਼ੈਂਟ ਪੁਆਇੰਟ ਪੜ੍ਹ ਲਿਆ, ਮਤਲਬ ਪ੍ਰੈਜ਼ੈਂਟਲੀ ਜਿਹੜਾ ਆਪਾਂ ਪੁਆਇੰਟ ਪੜ੍ਹਿਆ ਨਾ ਉਹਦਾ ਉਹ ਯੂਜ਼ ਆਪਾਂ ਕਰਾਂਗੇ ਉਰੇ। ਤਾਂ ਸਮਝ ਲਓ ਇੱਕ ਤਰ੍ਹਾਂ ਦਾ ਇਹ ਐਕਸਟਰਾ ਪੁਆਇੰਟ ਹੋ ਗਿਆ। ਐਕਸਟਰਾ ਮਤਲਬ ਇਹ ਨਹੀਂ ਕਿ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ, ਸਿਲੇਬਸ 'ਚ ਹੈ ਇਹ, ਇਸ ਟੌਪਿਕ ਦੇ ਵਿਦ ਰਿਸਪੈਕਟ ਟੂ ਇੱਕ ਐਕਸਟਰਾ ਪੁਆਇੰਟ ਹੋ ਗਿਆ। ਦੇਖੋ ਇਹਦੇ ਵਿੱਚ ਐਵੇਂ ਆ, ਫਿਰ ਆਪਾਂ ਇਹ ਤੋਂ ਬਾਅਦ ਐਕਚੁਅਲੀ ਕੰਟੀਨਿਊ ਮੈਥਡਸ ਆਫ ਪ੍ਰੋਟੈਕਸ਼ਨ ਕਰਨੇ ਸੀ, ਉਹ ਵੀ ਕਰਾਂਗੇ, ਪਰ ਐਕਸਟਰਾ ਪੁਆਇੰਟ ਦੇਖੋ ਕੀ ਹੈ। ਜਿਵੇਂ ਆਪਾਂ ਕਹਿੰਦੇ ਆਪਾਂ ਟੋਲੂਇਨ ਲਈ, ਯਾਨੀ ਕਿ ਬੈਂਜ਼ਲਡੀਹਾਈਡ ਉਰੇ ਇੱਕ ਤਰ੍ਹਾਂ ਦਾ ਇੰਟਰਮੀਡੀਏਟ ਦਾ ਕੰਮ ਕਰ ਰਿਹਾ, ਜਿੰਨਾ ਕੁ ਬਣਿਆ ਉਹਨਾਂ ਖਤਮ ਹੋ ਗਿਆ। ਉਰੇ ਆਪਾਂ ਲਈ ਟੋਲੂਇਨ, ਠੀਕ ਹੈ, ਐਸਡੀਫਾਈਡ KMNO4 ਪ੍ਰੋਵਾਈਡਸ ਨੇਸੈਂਟ ਆਕਸੀਜਨ। ਹੁਣ ਮੈਂ ਇੰਟਰਮੀਡੀਏਟ ਨਹੀਂ ਦਿਖਾਉਂਦਾ, ਮੈਨੂੰ ਪਤਾ ਵੀ ਇਹਨੇ ਖਤਮ ਤਾਂ ਹੋ ਜਾਣਾ, ਜਿਹੋ ਜਿਹਾ ਬਣੂਗਾ ਜਾਂ ਖਤਮ ਹੋ ਜਾਊ, ਬਸ ਮੈਂ ਸਿੱਧਾ ਇਹ ਦਿਖਾ ਦਿੰਦਾ, ਬਸ ਸਿੱਧਾ ਮੈਂ ਦਿਖਾਤਾ। ਹਾਂ, ਜੇ ਸਾਡਾ ਮੈਥਡ ਕਾਰਬੋਕਸਿਲਿਕ ਐਸਿਡ ਬੈਂਜ਼ੋਇਕ ਐਸਿਡ ਨੂੰ ਬਣਾਉਣ ਦਾ ਹੁੰਦਾ ਫਿਰ ਵਧੀਆ ਸੀ ਮੈਥਡ, ਹੈ ਨਾ, ਪਰ ਅਸੀਂ ਤਾਂ ਰੋਕਣਾ ਇਹਨੂੰ ਬੈਂਜ਼ਲਡੀਹਾਈਡ ਤੱਕ, ਉਹ ਆਪਾਂ ਅੱਗੇ ਦੇਖਾਂਗੇ। ਪਰ ਇੱਕ ਐਕਸਟਰਾ ਪੁਆਇੰਟ 'ਚ ਇਹ ਦੱਸਤਾ ਬੈਂਜ਼ੋਇਕ ਐਸਿਡ। ਠੀਕ ਹੈ, ਹੁਣ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣਾ ਰਾਜੇ। ਠੀਕ ਹੈ, ਉਹ ਇਹ ਹੈ ਵੀ ਆ ਤਾਂ ਟੋਲੂਇਨ ਤਾਂ ਬਹੁਤ ਸਿੰਪਲ ਹੈ, ਜੇ ਇੱਥੇ ਰਿੰਗ ਦੇ ਨਾਲ ਜਿਹੜੀ ਆ ਚੀਜ਼ ਲੱਗੀ ਹੋਈ ਆ, ਚੇਨ ਲੱਗੀ ਆ, ਅਗਰ ਇੱਕ ਤੋਂ ਜ਼ਿਆਦਾ ਕਾਰਬਨ ਦੀ ਵੀ ਆ, ਸਪੋਜ਼ ਮਿਥਾਈਲ ਬੈਂਜ਼ੀਨ ਦੀ ਜਗ੍ਹਾ ਤੇ ਇਥਾਈਲ ਬੈਂਜ਼ੀਨ ਹੈ, ਠੀਕ ਹੈ, ਫਿਰ ਉੱਥੇ ਕਨਫਿਊਜ਼ ਨਹੀਂ ਹੋਣਾ। ਠੀਕ ਹੈ, ਕਨਫਿਊਜ਼ ਨਹੀਂ ਹੋਣਾ ਬਿਲਕੁਲ ਵੀ। ਉਹੀ ਸੇਮ ਐਸਡੀਫਾਈਡ ਪੋਟਾਸ਼ੀਅਮ ਡਾਈਕ੍ਰੋਮੇਟ ਲੈ ਲਿਆ, ਅਗੇਨ ਨੇਸੈਂਟ ਆਕਸੀਜਨ। ਇਹ ਵੀ ਰਾਜੇ ਧਿਆਨ ਰੱਖਣਾ, irrespective of the number of side chains attached to the benzene ring, the product formed is always benzoic acid। ਮਤਲਬ ਬੈਂਜ਼ੀਨ ਰਿੰਗ ਦੇ ਨਾਲ ਜਿਹੜੀ ਉੱਪਰ ਚੇਨ ਲੱਗੀ ਹੋਈ ਆ, ਅਗਰ ਤੋਂ ਇੱਕ ਕਾਰਬਨ ਦੀ ਆ ਕੋਈ ਦਿੱਕਤ ਨਹੀਂ, ਅਗਰ ਉਹ ਇੱਕ ਤੋਂ ਵੱਧ ਕਾਰਬਨ ਦੀ ਆ, ਜਿੰਨੇ ਮਰਜ਼ੀ ਕਾਰਬਨ ਦੀ ਆ, ਚਾਹੇ ਉਰੇ ਇਥਾਈਲ ਬੈਂਜ਼ੀਨ ਹੈ, ਪ੍ਰੋਪਾਈਲ ਬੈਂਜ਼ੀਨ ਹੈ, ਬਿਊਟਾਈਲ ਬੈਂਜ਼ੀਨ ਹੈ, ਮਤਲਬ 3 ਕਾਰਬਨ 4 ਕਾਰਬਨ ਐਵੇਂ ਚੇਨ ਹੈ, ਕੋਈ ਫਰਕ ਨਹੀਂ ਪੈਂਦਾ, ਪ੍ਰੋਡਕਟ ਰਾਜੀ ਇੱਕੋ ਹੀ ਬਣੂਗਾ, ਬੈਂਜ਼ੋਇਕ ਐਸਿਡ। ਤਾਂ ਉਰੇ ਵੀ ਰਾਜੀ ਜਿਹੜਾ ਪ੍ਰੋਡਕਟ ਬਣੂਗਾ ਉਹ ਸੇਮ ਉੱਪਰ ਵਾਲਾ ਬੈਂਜ਼ੋਇਕ ਐਸਿਡ ਹੀ ਬਣੂਗਾ। ਮੈਂ ਤੁਹਾਨੂੰ ਸਿੰਪਲ ਦੱਸ ਦਿੰਦਾ। ਦੇਖੋ, ਸਭ ਤੋਂ ਪਹਿਲਾਂ ਇਹ ਜਿਹੜੀ ਆਕਸੀਡੇਸ਼ਨ ਹੁੰਦੀ ਹੈ ਇਹਦਾ ਕਾਰਨ ਕੀ ਹੈ?
ਇਹ ਆਕਸੀਡੇਸ਼ਨ ਹੁੰਦੀ ਹੈ ਡਿਊ ਟੂ ਦੀ ਪ੍ਰੈਜ਼ੈਂਸ ਆਫ ਬੈਂਜ਼ਿਲਿਕ ਹਾਈਡਰੋਜਨ। ਮੇਰੇ ਖਿਆਲ 'ਚ ਮੈਂ ਤੁਹਾਨੂੰ ਟਰਮ 1 'ਚ ਦੱਸਿਆ ਵੀ ਸੀ ਵੀ ਜਿਵੇਂ ਆਪਾਂ ਓਪਨ ਸਿਸਟਮ ਦੇ ਵਿੱਚ ਅਲਫਾ ਹਾਈਡਰੋਜਨ ਯੂਜ਼ ਕਰਦੇ ਹਾਂ, ਓਵੇਂ ਐਰੋਮੈਟਿਕ ਸਿਸਟਮ ਦੇ ਵਿੱਚ ਆਪਾਂ ਕਿਹੜਾ ਵਰਡ ਯੂਜ਼ ਕਰਦੇ ਹਾਂ, ਬੈਂਜ਼ਿਲਿਕ ਰਾਜੇ। ਕੰਮ ਇਹਨਾਂ ਦਾ ਉਹੀ ਹੁੰਦਾ ਹੈਗਾ ਜੋ ਅਲਫਾ ਦਾ ਕੰਮ ਹੁੰਦਾ ਹੈ। ਆਕਸੀਡੇਸ਼ਨ ਲਈ ਜ਼ਰੂਰੀ ਹੈਗੀ ਹੈ ਰਾਜੇ ਪ੍ਰੈਜ਼ੈਂਸ ਆਫ ਬੈਂਜ਼ਿਲਿਕ ਹਾਈਡਰੋਜਨ। ਬੈਂਜ਼ਿਲਿਕ ਹਾਈਡਰੋਜਨ ਇਹਦੇ ਕੋਲ ਹੈਗੇ ਨੇ 3, ਇਹਦੇ ਕੋਲ ਵੀ 2 ਨੇ। ਬੈਂਜ਼ਿਲਿਕ ਹਾਈਡਰੋਜਨ ਕਿਹੜੇ ਹੁੰਦੇ ਨੇ, ਬੈਂਜ਼ੀਨ ਹੈ ਜਿਹੜੀ ਡਾਇਰੈਕਟਲੀ ਅਟੈਚ ਕਾਰਬਨ ਆ ਉਹਨੂੰ ਬੈਂਜ਼ਿਲਿਕ ਕਾਰਬਨ ਕਹਿੰਦੇ ਨੇ, ਜਿਵੇਂ ਆਹ ਵਾਲੀ ਇੱਥੇ ਆਹ ਵਾਲੀ ਆ, ਉਹਦੇ ਨਾਲ ਜਿਹੜੀ ਅਟੈਚਡ ਹਾਈਡਰੋਜਨ ਨੇ ਉਹਨਾਂ ਨੂੰ ਆਪਾਂ ਬੈਂਜ਼ਿਲਿਕ ਹਾਈਡਰੋਜਨ, ਯਾਨੀ ਕਿ ਇਹਦੇ ਕੋਲ ਵੀ 2 ਬੈਂਜ਼ਿਲਿਕ ਹਾਈਡਰੋਜਨ ਹੈਗੇ ਨੇ। ਆਕਸੀਡੇਸ਼ਨ ਇੱਥੋਂ ਸਟਾਰਟ ਹੁੰਦੀ ਹੈ, ਠੀਕ ਹੈ। ਪਹਿਲਾਂ ਜਿਹੜੀ ਹੁੰਦੀ ਹੈ ਨੇਸੈਂਟ ਆਕਸੀਜਨ ਉਹ ਅਟੈਕ ਕਰਦੀ ਹੈ ਬੈਂਜ਼ਿਲਿਕ ਹਾਈਡਰੋਜਨ ਤੇ ਫਿਰ ਫਰਦਰ ਚੱਲਦੀ ਹੈ। ਹੁਣ ਹੁੰਦਾ ਕੀ ਹੈ ਰਾਜੇ, ਅਗਰ ਉਹਦੇ ਜਿੰਨੇ ਮਰਜ਼ੀ ਦੀ ਚੇਨ ਲੱਗੀ ਹੋਵੇ, ਤੁਸੀਂ ਇੱਕ ਚੀਜ਼ ਨੋਟ ਕਰੋ, ਜਿਹੜਾ ਆ ਬੈਂਜ਼ੋਇਕ ਐਸਿਡ ਦੀ ਆ ਸੀ ਆ ਹੈ ਨਾ, ਉਹ ਹੈਗਾ ਤਾਂ ਐਕਚੁਅਲੀ ਇਹੀ ਚੀਜ਼ ਹੈ ਨਾ ਰਾਜੇ। ਆ ਦੇਖੋ, ਇਹਦਾ ਸਿਰਫ ਤੁਹਾਨੂੰ ਸਮਝਾਉਣ ਲਈ ਕਰ ਰਿਹਾ ਮੈਂ, ਹੈਗੀ ਤਾਂ ਆਹੀ ਚੀਜ਼ ਹੈ ਨਾ। ਆ ਬੌਂਡ ਗਿਣੋ ਇਸ ਕਾਰਬਨ ਦੇ, 1 2 3 4। ਹੁਣ ਦੇਖੋ ਆ ਜਿਹੜੀ ਕਾਰਬਨ ਹੈ ਨਾ, ਯਾਨੀ ਕਿ ਆਹ ਵਾਲੀ, ਇਹ COOH ਚੇਂਜ ਹੋ ਗਈ, 4 ਬੌਂਡ ਇਹ ਵਾਲੀ ਕਾਰਬਨ ਦੇ ਪੂਰੇ ਵੀ ਹੋ ਗਏ, 1 2 3 4। ਤਾਂ ਮਤਲਬ ਇਸ ਕਾਰਬਨ ਨੂੰ ਇਹਦੇ ਵਿੱਚ ਜਗ੍ਹਾ ਨਹੀਂ ਮਿਲ ਸਕਦੀ। ਤਾਂ ਇਹ ਜਿਹੜੀ ਕਾਰਬਨ ਹੁੰਦੀ ਆ, ਇਹ ਕਾਰਬਨ ਹਾਈਡਰੋਜਨ ਵੀ ਲੱਗੇ ਹੋਏ ਨੇ, ਇਹ ਫ੍ਰੀ ਹੋ ਜਾਂਦੇ ਨੇ ਰਾਜੇ, ਠੀਕ ਹੈ। ਜਿਹੜੇ ਉਰੋਂ ਵੀ ਆਟੋਮੈਟਿਕਲੀ ਜਿਹੜੇ ਉਰੋਂ ਵੀ ਹਾਈਡਰੋਜਨ ਬਚਦੇ ਨੇ ਉਹ ਵੀ ਫ੍ਰੀ ਹੋ ਗਏ। ਇਹ ਜਿਹੜੇ ਕਾਰਬਨ ਤੇ ਹਾਈਡਰੋਜਨ ਫ੍ਰੀ ਹੋ ਗਈ, ਆ ਕਾਰਬਨ ਆ ਜਿਹੜੀ ਆਹ ਵਾਲੀ, ਇਹਦੀ ਬਣ ਜਾਂਦਾ CO2, ਜਿਹੜੇ H ਰਹਿ ਜਾਂਦੇ ਨੇ ਉਹਦਾ ਬਣ ਜਾਂਦਾ ਵਾਟਰ। ਹਾਲਾਂਕਿ ਇੱਥੇ ਸ਼ੋਅ ਕਰਨ ਦੀ ਲੋੜ ਨਹੀਂ ਹੈ, ਮੈਂ ਸਿਰਫ ਤੁਹਾਨੂੰ ਅੰਡਰਸਟੈਂਡ ਦੱਸਿਆ। ਤਾਂ ਹੁਣ ਤੁਸੀਂ ਇਹ ਸੋਚ ਲਓ ਵੀ ਜੇ ਤੁਸੀਂ ਉਹਦੇ ਪ੍ਰੋਪਾਈਲ ਬੈਂਜ਼ੀਨ ਵੀ ਲਓਗੇ ਨਾ, ਤਾਂ ਵੀ ਤੁਹਾਡੇ ਕੋਲ ਪ੍ਰੋਡਕਟ ਬੈਂਜ਼ੋਇਕ ਐਸਿਡ ਹੀ ਬਣੂਗਾ, ਤਾਂ ਵੀ ਪ੍ਰੋਡਕਟ ਬੈਂਜ਼ੋਇਕ ਐਸਿਡ ਹੀ ਬਣੇਗਾ, ਠੀਕ ਹੈ। ਅਗੇਨ ਨੇਸੈਂਟ ਆਕਸੀਜਨ, ਪ੍ਰੋਡਕਟ ਫਿਰ ਉਹੀ ਬਣਨਾ। ਜਿਹੜੀਆਂ 2 ਕਾਰਬਨਾਂ ਤੇ ਹਾਈਡਰੋਜਨ ਰਹਿ ਗਏ, ਉਹਨਾਂ ਨਾਲ ਲੱਗੇ ਹਾਈਡਰੋਜਨ, ਉਹਨਾਂ ਦੀ ਕਾਰਬਨ ਡਾਈਆਕਸਾਈਡ ਉਹ ਆਕਸੀਡਾਈਜ਼ ਹੋ ਜਾਣਗੇ ਕਾਰਬਨ ਡਾਈਆਕਸਾਈਡ ਤੇ ਵਾਟਰ 'ਚ। ਇਹ ਕਾਰਬਨ ਇੰਟੈਕਟ ਹੀ ਰਹਿੰਦੀ ਹੈ, ਇੱਕ ਕਨਵਰਟ ਹੋ ਜਾਂਦੀ ਹੈ COOH 'ਚ। ਇਹ 'ਚ ਆਪਾਂ ਇੰਟਰਮੀਡੀਏਟ ਬੈਂਜ਼ਲਡੀਹਾਈਡ ਬਣਾਉਣ ਦੀ ਲੋੜ ਹੀ ਨਹੀਂ ਸਾਨੂੰ, ਠੀਕ ਹੈ। ਸੋ ਇਹ ਵੀ ਕਿਹਦੇ ਵਿੱਚ ਚੇਂਜ ਹੋ ਜਾਊਗਾ, ਵਿੱਚ ਬੈਂਜ਼ੋਇਕ ਐਸਿਡ। no need to show the side product CO2 and water। ਇੱਕ ਗੱਲ ਦਾ ਹੋਰ ਧਿਆਨ ਰੱਖਣਾ, ਇਹ ਤਾਂ ਚਲੋ ਇਹਦੇ ਨਾਲ ਹੋਈ ਗੱਲ, ਜਿਵੇਂ ਆਪਾਂ ਅਗਰ ਐਵੇਂ ਵੀ ਲੈਂਦੇ ਹਾਂ ਨਾ, ਸਪੋਜ਼ ਮੈਂ ਐਵੇਂ ਵੀ ਲੈਣਾ, ਅਗਰ ਇਸ ਤਰ੍ਹਾਂ, ਠੀਕ ਹੈ, ਅਗਰ ਮੈਂ ਇਸ ਤਰ੍ਹਾਂ ਵੀ ਲੈਣਾ, ਹੁਣ ਦੇਖੋ ਆ ਵੀ ਡਾਇਰੈਕਟਲੀ ਅਟੈਚ ਆ, ਆ ਵੀ ਡਾਇਰੈਕਟਲੀ ਅਟੈਚ ਆ, ਬੈਂਜ਼ਿਲਿਕ ਹਾਈਡਰੋਜਨ ਆ ਪਏ ਨੇ, ਆ ਵੀ ਬੈਂਜ਼ਿਲਿਕ ਹਾਈਡਰੋਜਨ ਹੀ ਨੇ। ਤਾਂ ਫਿਰ ਸੇਮ ਅਗਰ ਮੈਂ ਉਹੀ ਸੇਮ ਮੇਰੇ ਆਕਸੀਡਾਈਜ਼ਿੰਗ ਏਜੰਟ ਹੋ ਗਏ ਨੇਸੈਂਟ ਹਾਈਡਰੋਜਨ। ਹੁਣ ਇੱਥੇ ਇੱਕ ਨਹੀਂ, ਇੱਥੇ 2 ਹੋਣਗੇ। ਹੁਣ ਇੱਕ ਇਹ ਬਣ ਗਿਆ COOH, ਇੱਕ ਇਹ ਬਣ ਗਿਆ COH। ਇਹਨੂੰ ਕਹਿੰਦੇ ਨੇ ਬੈਂਜ਼ੀਨ 1,2 ਡਾਈਕਾਰਬੋਕਸਿਲਿਕ ਐਸਿਡ। ਬਟ ਇਹਦੇ ਨਾਲੋਂ ਜਿਹੜਾ ਇਹਦਾ ਨਾਮ ਜ਼ਿਆਦਾ ਫੇਮਸ ਹੈ ਉਹ ਇਹ ਵਾਲਾ ਰਾਜੇ, ਇਹ ਵਾਲਾ ਥੈਲਿਕ ਐਸਿਡ, ਠੀਕ ਹੈ। ਕਈ ਵਾਰ ਨੂੰ ਕੋਈ ਟੀਚਰ ਫਥੈਲਿਕ ਵੀ ਬੋਲ ਦਿੰਦੇ ਨੇ, ਥੈਲਿਕ ਐਸਿਡ, ਠੀਕ ਹੈ। ਇਸੇ ਤਰ੍ਹਾਂ ਬੇਟਾ ਅਗਰ ਇਹ ਐਵੇਂ ਆ, ਆ ਦੇਖੋ, ਅਗਰ ਇਹ ਐਵੇਂ ਹੁੰਦਾ, ਇਹ ਆਰਥੋ ਆਈਸੋਮਰ ਹੈ, ਇਹ ਪੈਰਾ ਆਈਸੋਮਰ ਹੈ, ਸੇਮ ਆਕਸੀਡਾਈਜ਼ਿੰਗ। ਹੁਣ ਆਪਣੇ ਆਪ ਉੱਪਰ ਪਾ ਲਿਓ, ਠੀਕ ਹੈ, ਸੇਮ ਉਹੀ ਸਾਰਾ ਨੇਸੈਂਟ ਆਕਸੀਜਨ ਉੱਪਰ ਸਾਰਾ ਉਹੀ। ਤਾਂ ਹੁਣ ਇਹ ਕੀ ਬਣ ਜਾਂਦਾ, ਹੁਣ ਇਹ ਬੈਂਜ਼ੀਨ 1,4 ਡਾਈ ਕਾਰਬੋਕਸਿਲਿਕ ਐਸਿਡ। ਇਹਦੇ ਨਾਲ ਵੀ ਇਹਦਾ ਜ਼ਿਆਦਾ ਫੇਮਸ ਨੇਮ ਇਹ ਵਾਲਾ ਹੈਗਾ, ਟੈਰੀਥੈਲਿਕ ਐਸਿਡ, ਟੈਰੀਥੈਲਿਕ ਐਸਿਡ। ਇਸੇ ਤਰ੍ਹਾਂ ਤੁਸੀਂ ਮੈਟਾ ਆਈਸੋਮਰ ਦਾ ਆਪਣੇ ਬਣਾ ਕੇ ਦੇਖਿਓ ਬੇਟਾ, ਯਾਨੀ ਕਿ ਬੈਂਜ਼ੀਨ ਦੇ ਨਾਲ ਇੱਕ CH3 ਉਰੇ ਲੱਗਿਆ ਹੋਵੇ, ਮੈਟਾ ਮਤਲਬ ਇੱਕ ਛੱਡ ਕੇ, ਇੱਕ CH3 ਉਰੇ ਲੱਗਿਆ ਹੋਵੇ, ਬੈਂਜ਼ੀਨ 1,3 ਮਤਲਬ ਬੈਂਜ਼ੀਨ ਦੀ 1 ਤੇ 3 ਪੋਜੀਸ਼ਨ 'ਤੇ।
ਤਾਂ ਫਿਰ ਬਣ ਜਾਊਗਾ ਬੈਂਜ਼ੀਨ 1,3 ਡਾਈਕਾਰਬੋਕਸਿਲਿਕ ਐਸਿਡ ਤੇ ਉਹਦਾ ਜਿਹੜਾ ਫੇਮਸ ਨੇਮ ਹੈ ਉਹ ਹੈਗਾ ਆਈਸੋਥੈਲਿਕ ਐਸਿਡ ISOPHTHALIC। ਸੋ ਤੁਸੀਂ ਆਪਣੇ ਰਾਜੇ ਟਰਾਈ ਕਰਕੇ ਦੇਖਿਓ, ਮੈਂ ਉਰੇ ਡਰਾ ਕਰ ਦਿੰਦਾ, ਟਰਾਈ ਤੁਸੀਂ ਕਰ ਲਿਓ, ਆਪਣੇ ਪ੍ਰੋਡਕਟ ਆਪਣੇ ਬਣਾ ਲਿਓ, ਠੀਕ ਹੈ। ਆਈਸੋਥੈਲਿਕ ਐਸਿਡ ਬਣੂਗਾ ਇਸ ਕੇਸ ਦੇ ਵਿੱਚ, ਹਾਂ ਸੀ 1,3 ਡਾਈਮਿਥਾਈਲ ਬੈਂਜ਼ੀਨ, ਠੀਕ ਹੈ। ਇਹ ਅੱਗੇ ਤੁਸੀਂ ਆਪਣੇ ਕਰਕੇ ਦੇਖਿਓ, ਉੱਪਰ ਪਾ ਲਿਓ ਸਾਰਾ, ਠੀਕ ਹੈ ਰਾਜੇ। ਸੋ ਇਹ ਸੀ ਇਹ ਵਾਲਾ ਪੁਆਇੰਟ। ਹੁਣ ਜਿਹੜਾ ਆਪਾਂ ਇਹਦਾ ਇੱਕ ਐਕਸਟਰਾ ਪੁਆਇੰਟ ਦੱਸਿਆ ਤੁਹਾਨੂੰ ਮੈਨੇ, ਠੀਕ ਹੈ, ਇਹ ਤਾਂ ਸਿਰਫ ਇੱਕ ਐਕਸਟਰਾ ਪੁਆਇੰਟ ਹੈ, ਇਹ ਵੀ ਚਲੋ ਮੈਂ ਹੀ ਪੂਰਾ ਕਰ ਦਿੰਦਾ। COOH COOH ਆਈਸੋਥੈਲਿਕ ਐਸਿਡ, ਉੱਪਰ ਉਹੀ ਪਾ ਲਿਓ ਐਸਡੀਫਾਈਡ K2CR2 ਜਾਂ ਫਿਰ KMNO4 ਜਾਂ ਕੌਨਸੈਂਟਰੇਟ ਨਾਈਟ੍ਰਿਕ ਐਸਿਡ, ਠੀਕ ਹੈ। ਐਕਚੁਅਲੀ ਇਹ ਐਕਸਟਰਾ ਪੁਆਇੰਟ ਦੱਸਿਆ ਮੈਂ। ਹੁਣ ਸਹੀ ਰਾਜੇ ਇਹੀ ਆ ਕਿ ਹੁਣ ਆਪਾਂ ਨੇ ਕਰਨੇ ਨੇ ਮੈਥਡ ਆਫ ਪ੍ਰੋਟੈਕਸ਼ਨ, ਠੀਕ ਹੈ, ਠੀਕ ਹੈ ਰਾਜੇ। ਤਾਂ ਜਿਹੜੇ ਮੈਥਡ ਆਫ ਪ੍ਰੋਟੈਕਸ਼ਨ ਨੇ ਰਾਜੇ ਉਹ ਆਪਾਂ ਅਗਲੇ ਲੈਕਚਰ 'ਚ ਕਰਾਂਗੇ, ਕਿਉਂਕਿ ਉਹ ਅੱਧ ਵਿਚਾਲੇ ਐਵੇਂ ਨਹੀਂ ਕਰਨੇ ਵੀ ਹੁਣ ਥੋੜ੍ਹੇ ਜਿਹੇ ਹੁਣ ਕਰ ਲਏ ਥੋੜ੍ਹੇ ਜਿਹੇ ਬਾਅਦ 'ਚ, ਉਹ ਇਕੱਠੀ ਕਰਾਊਂਗਾ। 4 ਮੈਥਡ ਆਫ ਪ੍ਰੋਟੈਕਸ਼ਨ ਨੇ, ਚਾਰੋਂ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਇੱਥੇ ਤੱਕ ਧਿਆਨ ਨਾਲ ਪੜ੍ਹ ਲਿਓ ਰਾਜੇ, ਇਹ ਤੁਹਾਡਾ ਕੰਮ ਸਮਝ ਲਿਆ, ਇਹ ਵੀ ਕਵਰ ਹੀ ਹੋ ਗਿਆ, ਅਗਲੇ ਦੇ ਵਿੱਚ ਹੋਣਾ ਸੀ ਉਹ ਇੱਥੇ ਹੀ ਹੋ ਗਿਆ। ਓਕੇ ਬੇਟਾ।